ਮਨੁੱਖ ਦੇ ਅੰਦਰ ਸ਼ਾਂਤੀ ਦਾ ਸੋਮਾ ਕੀ ਹੈ? ਕਿਉਂਕਿ ਕਿਤੇ ਨਾ ਕਿਤੇ ਹਰ ਮਨੁੱਖ ਦੀ ਭਾਲ ਜ਼ਿੰਦਗੀ ਵਿੱਚ ਸ਼ਾਂਤ ਹੋਣਾ ਹੈ, ਸਥਿਰ ਹੋਣਾ ਹੈ। ਉਹ ਕਿਵੇਂ ਹੋਇਆ ਜਾਏ, ਕਿਵੇਂ ਜ਼ਿੰਦਗੀ ਦੇ ਅੰਦਰ ਬਦਲਾਅ ਨੂੰ ਲਿਆਂਦਾ ਜਾਏ। ਅੱਜ ਵਿਚਾਰ ਹੈ ਨਾਮ ਦੀ, ਕਿਉਂਕਿ ਨਾਮ ਸ਼ਬਦ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ ਹੈ। ਜਿੱਥੇ ਅਸੀਂ ਕਹਿੰਦੇ ਹਾਂ ਆਖਣ ਔਖਾ ਸਾਚਾ ਨਾਮ, ਇੱਥੇ ਇਸ ਦਾ ਜਿਹੜਾ ਅਰਥ ਹੈ ਉਹ ਕੁਛ ਹੋਰ ਹੈ। ਜਦੋਂ ਇਹਨੂੰ ਅਸੀਂ ਦਾਰਸ਼ਨਿਕ ਤਰੀਕੇ ਨਾਲ ਡੂੰਘਾ ਵਾਚਦੇ ਹਾਂ, ਇੱਥੇ ਨਾਮ ਦਾ ਮਤਲਬ ਪਰਮੇਸ਼ਰ ਦਾ ਹੁਕਮ ਹੈ। ਔਰ ਉਹ ਕਿੰਨਾ ਕੁ ਵੱਡਾ ਹੈ, ਉਹਦੇ ਹੁਕਮ ਦੇ ਵਿੱਚ ਕੀ ਕੀ ਹੋ ਰਿਹਾ ਹੈ, ਕਿਵੇਂ ਕਿਵੇਂ ਹੋ ਰਿਹਾ ਹੈ, ਇਹਦਾ ਹਿਸਾਬ ਲਗਾਉਣਾ ਬਹੁਤ ਔਖਾ ਹੈ। ਪਰਮਾਤਮਾ ਨੇ ਕਦੋਂ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਔਰ ਕਿਵੇਂ ਹੋ ਸਕਦਾ ਹੈ, ਇਹ ਬਹੁਤ ਔਖਾ ਹੈ ਇਹਨੂੰ ਵਾਚਣਾ। ਆਪ ਜੀ ਨੇ ਕਈ ਵਾਰੀ ਇਹ ਨੋਟ ਵੀ ਕੀਤਾ ਹੋਵੇਗਾ, ਜ਼ਿੰਦਗੀ ਦੇ ਅੰਦਰ ਬਹੁਤੀ ਵਾਰੀ ਜੈਸਾ ਅਸੀਂ ਸੋਚਦੇ ਹਾਂ ਵੈਸਾ ਨਹੀਂ ਹੁੰਦਾ। ਕਈ ਕੰਮ ਜਿਹੜੇ ਤਰੀਕੇ ਨਾਲ ਅਸੀਂ ਸੋਚਦੇ ਹਾਂ ਉਸ ਤਰੀਕੇ ਨਾਲ ਨਹੀਂ ਹੁੰਦੇ, ਹੋ ਜਾਂਦੇ ਨੇ, ਉਹਨਾਂ ਦਾ ਤਰੀਕਾ ਹੀ ਕੁਛ ਹੋਰ ਹੁੰਦਾ। ਜਿਸ ਚੀਜ਼ ਨੂੰ ਅਸੀਂ ਕਦੇ ਐਕਸਪੈਕਟ ਵੀ ਨਹੀਂ ਕੀਤਾ ਐਵੇਂ ਹੋ ਜਾਏਗਾ, ਉਸ ਤਰੀਕੇ ਨਾਲ ਹੋ ਜਾਂਦੀ ਹੈ। ਨਾਮ ਸ਼ਬਦ ਗੁਰਬਾਣੀ ਵਿੱਚ ਜਿਵੇਂ ਅਸੀਂ ਮੰਤਰ ਜਪਦੇ ਹਾਂ, ਦੂਜੇ ਧਰਮਾਂ ਵਿੱਚ ਵੀ ਮੰਤਰ ਜਪਦੇ ਨੇ, ਉਸ ਤਰੀਕੇ ਵਿੱਚ ਵੀ ਆਇਆ। ਜਿਵੇਂ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਜਾਂ ਜਿਹਨੂੰ ਕਹਿੰਦੇ ਨੇ ਬਿਨ ਨਾਵੈ ਜੀਵਨ ਬਿਰਥਾ। ਹੁਣ ਇੱਥੇ ਨਾਮ ਦਾ ਜਪ ਮਤਲਬ ਬਾਰ-ਬਾਰ ਨਾਮ ਨੂੰ ਜਪਣਾ ਹੈ। ਪਰ ਜਿਹੜੀ ਗੱਲ ਅੱਜ ਗੁਰੂ ਜੀ ਸਾਂਝੀ ਕਰ ਰਹੇ ਨੇ, ਇਸ ਸ਼ਬਦ ਦੇ ਵਿੱਚ ਨਾਮ ਸ਼ਬਦ ਦਾ ਮਤਲਬ ਕੁਝ ਹੋਰ ਹੈ। ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ। ਜਿਹੜਾ ਨਾਮ ਹੈ ਇੱਥੇ ਤੇ ਕੀ ਹੈ? ਸਭ ਹੀ ਸਿਰ ਜਾਪੈ, ਸਾਰਿਆਂ ਦੇ ਉੱਤੇ ਹੀ ਹੈ। ਉਹ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਸਾਰਿਆਂ ਦੇ ਉੱਤੇ ਇਕਸਰੀ ਕੰਮ ਕਰ ਰਿਹਾ, ਅਲੱਗ ਨਹੀਂ ਹੈ ਕਿਸੇ ਤੋਂ। ਔਰ ਮਨੁੱਖ ਚਾਹ ਕੇ ਵੀ, ਜਿਵੇਂ ਮਛਲੀ ਕਹੇ ਮੈਂ ਪਾਣੀ ਤੋਂ ਬਾਹਰ ਹੋ ਜਾਵਾਂ, ਨਹੀਂ ਹੋ ਸਕਦੀ। ਮਛਲੀ ਚਾਹ ਕੇ ਵੀ ਪਾਣੀ ਤੋਂ ਬਾਹਰ ਨਹੀਂ ਹੋ ਸਕਦੀ। ਮਨੁੱਖ ਚਾਹ ਕੇ ਵੀ ਪਰਮਾਤਮਾ ਤੋਂ ਬਾਹਰ ਨਹੀਂ ਹੋ ਸਕਦਾ। ਰਹੇਗਾ ਇਹ ਪਰਮਾਤਮਾ ਵਿੱਚ। ਜੇ ਅਸੀਂ ਕਹੀਏ ਮਨੁੱਖ ਕੋਈ ਮਾੜੇ ਕਰਮ ਕਰ ਰਿਹਾ ਹੈ, ਪਰ ਗੁਰਬਾਣੀ ਕਹਿੰਦੀ ਹੈ ਮਾੜੇ ਕਰਮ ਵੀ ਉਹਦੀ ਹੀ ਬਣਾਈ ਹੋਈ ਇੱਕ ਲੀਹ ਹੈ। ਹੁਕਮੀ ਹੁਕਮ ਚਲਾਏ ਰਾਹ, ਉਹਨੇ ਆਪਣੇ ਹੁਕਮ ਦੇ ਵਿੱਚ ਹੀ ਚਲਾਇਆ ਹੈ। ਜਿੱਥੇ ਗੁਰਬਾਣੀ ਵਿੱਚ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਉੱਥੇ ਨਾਲ ਦੀ ਨਾਲ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ। ਔਰ ਲਾਸਟ ਦੇ ਵਿੱਚ ਮਹਾਰਾਜ ਕਹਿੰਦੇ ਜੋ ਤੁਧ ਭਾਵੈ ਸਾਈ ਭਲੀਕਾਰ। ਹੇ ਪਰਮੇਸ਼ਰ, ਜੋ ਤੇਰੇ ਹੁਕਮ ਵਿੱਚ ਹੋ ਰਿਹਾ ਹੈ ਉਹ ਚੰਗਾ ਹੀ ਹੋ ਰਿਹਾ ਹੈ। ਨਾਮ ਦਾ ਮਤਲਬ ਹੈ ਅਨੁਭਵ ਹੋ ਜਾਣਾ। ਇੱਥੇ ਨਾਮ ਨਾ ਮਿਲੇ। ਜਦੋਂ ਤਾਈਂ ਪਰਮੇਸ਼ਰ ਦਾ ਅਨੁਭਵ ਨਹੀਂ ਨਾ ਹੋਏਗਾ, ਦੁੱਖ ਬਣੇ ਰਹਿਣਗੇ। ਉਹਦਾ ਅਨੁਭਵ ਹੀ ਦੁੱਖਾਂ ਨੂੰ ਮਿਟਾਉਣ ਦਾ ਕਾਰਨ ਹੈ। ਉਵੇਂ ਮਨੁੱਖ ਨੂੰ ਕਈ ਵਾਰੀ ਮਨੁੱਖ ਕਹਿ ਦਿੰਦਾ ਮੈਂ ਪਰਮਾਤਮਾ ਨੂੰ ਲੱਭਣਾ। ਲੱਭਣ ਦੀ ਲੋੜ ਨਹੀਂ, ਤੇਰੇ ਨਾਲ ਹੀ ਹੈ।
परमेश्वर का जिहड़ा हुक्म है उस नूं समझ जाना, उस नूं बुझ जाना, यही परमात्मा नूं जानना है। जदों तई परमात्मा दे ज्ञान नूं ते मनुख इकट्ठा कर सकता है, ज्ञानी बन सकता है। ये जरूरी नहीं है ज्ञानी दुखी ना होए, ये नोट करना। ज्ञानी बनया जा सकता है, किताबां पढ़िया जा सकदियां ने, किते ये जरूरी थोड़ी ना पढ़ लिख के भी मनुख शांत हो जाएगा, ऐसा नहीं है। बड़े बड़े लोग पढ़ लिख गए ने, ग्रंथ बड़े पढ़े ने। बाणी तो इवें भी कहती है, बाणी एवें कह रही है, पढ़ लिख के भी मनुख अपने आप का सुधार ना कर सकिया, ऐसा फिर वो पढ़न का भी कोई फायदा ना होया। इस करके आम करके कहा जाता है ज्ञान इकट्ठा करो, शायद ज्ञान सुखों का अनुभव दे देगा, नहीं। जेड़ा बाहरी ज्ञान है वो तो कचरा है। सिर्फ बाहरी ज्ञान सानू मोटिवेट करता है अगे चलण लई, सानू उत्साहित कर सकता है, सानू एक लाइट विखा सकता है, मार्ग विखा सकता है। पर जे असी लाइट नूं फड़ के बह जाइए, मार्ग ते नहीं पहुँचांगे। इस करके ये दुनिया विच ये समझिया जाता है, जिमें जिमें ज्ञान हो ही जाएगा दुख दूर हो जाएंगे। ज्ञान तो होना चाहिए, पर ज्ञान अनुभवी होना चाहिए, किसी का नहीं। किसी की किताब पढ़ते हाँ, वो तो जो कुछ उन्हें लिखिया, उन्हें फील किया है, उन्हें अनुभव किया है कि जेड़ी फीलिंग तो वो लिख रहे, उस फीलिंग ते उस अनुभव ते असी भी पहुँच गए हैं, नहीं। जेड़ी फीलिंग्स दे नाल, जेड़े इमोशनस दे नाल गुरु नानक ने जपजी साहिब जी ने लिखिया है कि उस स्तर दे साडे इमोशन है ने। जिस दिन सुरत उस लैवल दे इमोशनस दे नाल, भावां दे नाल बाणी पढ़ेगी, इनू अनुभव हो जाएगा हरेक पंक्ति का। उस तो पहला मनुख बाणी भी पढ़ी जाता है, कट्टरपंथी भी बने, वो हिंदू है, वो मुसलमान है, ये झगड़े भी नाल ही चुकी फिरदा है, वो जट है, वो बाणिया है, इनू भी नाल ही चुकी फिरदा है। इनू ज्ञान भी है, फिर भी ये नाल चुकी फिरदा है। बाहरी ज्ञान है, अनुभव नहीं है। ये कह देना ना को हिंदू ना मुसलमान, अल्लाह राम के पिंड परान, ये जड़ी गल है साध संगत बारों बारों कहनी बड़ी सौखी है, ये तो खून दे विचों कढ़नी बहुत औखी है। ये तो जदों तक अनुभव नहीं हुंदा, ये अंदरों नहीं निकलती। ये अंदरों उस दिन निकलती है जिस दिन अंदर की अख जागती है। मैं फिर कह दिया 99% लोग अखां वाले ने, अखां वालियां हुंदियां भी, अखां हुंदियां भी अंधे ने। बाणी ये कहती है, गुरबाणी कहती है, अंधे से ना आखियां जित मुख लोए नाहे, अंधे से ही नानका खसमों कुत्थे जाए। जिन्होंने अनुभव नहीं होया अंधे ही ने। परमात्मा की धरती ते रहिंदे परमात्मा बारे ना पता लगना अन्नापण है। इन्हां अखां दा उस दिन काम पूरा हो जाएगा जिन दिन इन्हां अखां दे नाल पढ़ी हुई गुरबाणी अंदर अनुभव हो जाएगी, अखां सफल हो जाएगी। गुरबाणी दे विच एक भगत ऐसे भी ने जिन्हां दी अखां ही है नहीं, फिर भी वो ज्ञानी ने। कई बारी मनुख अखां लैके भी अज्ञानी रहिंदा है, कई बारी बिना अखां तो भी ज्ञानी बन जाता है। इस करके 99% दुनिया कोल अखां हैगियां ने, पर उन्हां दे विचों 1% ही लोग ऐसे ने जिन्हां दे कोल अंदर दियां भी अखां हैगियां, जिन्हां नूं अंदरों अनुभव हो गया गुरु परमात्मा, जिन्हां नूं अंदरों, मैं फिर कह दियां, बाहरी तौर पर सुनिया पढ़िया मनुख गलतियां करेगा, बाहरी तौर पर पढ़ लिख गया ये नहीं है वो शांत हो जाएगा, नहीं होता। बड़ी दुनिया ने जोर लगा के वेख लिया,
ਵੱਡੇ ਵੱਡੇ ਦੁਨੀਆ ਦੇ ਫਿਲੋਸਫਰ ਅੰਤ ਦੇ ਵਿੱਚ ਫਾਂਸੀ ਲੈ ਕੇ ਮਰੇ ਨੇ, ਫਾਹ ਲੈ ਕੇ ਮਰੇ ਨੇ। ਕਾਰਨ ਕੀ ਹੈ? ਬਾਹਰੀ ਤੌਰ ਤੇ ਦਿਮਾਗ ਦਾ ਬੌਧਿਕ ਸਰ ਦਾ ਬੜਾ ਜ਼ੋਰ ਲਾਇਆ, ਪਰ ਆਪਣੇ ਅੰਦਰ ਦੀਆਂ ਤਰੰਗਾਂ ਤੇ ਕਾਬੂ ਨਾ ਪਾ ਸਕੇ। ਬਾਣੀ ਕਹਿੰਦੀ ਜਦੋਂ ਤਾਈਂ ਅੰਦਰ ਦਾ ਅਨੁਭਵ ਨਹੀਂ ਹੁੰਦਾ, ਦੁੱਖ ਕਾਲ ਸੰਤਾਪੈ, ਉਦੋਂ ਤਾਈਂ ਮੌਤ ਦਾ ਡਰ, ਦੁੱਖਾਂ ਦਾ ਡਰ ਸਤਾਉਂਦਾ ਰਹਿੰਦਾ ਹੈ। ਕਿ ਜਿਹਨੂੰ ਗਿਆਨ ਹੈ, ਜੇ ਮੈਨੇ ਬਹੁਤ ਕਿਤਾਬਾਂ ਪੜ੍ਹ ਲਈਆਂ ਨੇ, ਕਿ ਉਸ ਦੇ ਅੰਦਰੋਂ ਰਿਜ਼ਕ ਦਾ ਡਰ ਖਤਮ ਹੋ ਗਿਆ? ਨਹੀਂ ਹੋਇਆ। ਬੜੇ ਬੜੇ ਗਿਆਨੀ ਆਪ ਜੀ ਪੈਸਿਆਂ ਪਿੱਛੇ ਲੜਦੇ ਵੇਖੋਗੇ, ਮਾਇਆ ਪਿੱਛੇ ਲੜਦੇ ਵੇਖੇ ਜਾਂਦੇ ਨੇ। ਉਹਨਾਂ ਦੇ ਆਪਸ 'ਚ ਰੋਲੇ ਚੱਲਦੇ ਨੇ, ਝਗੜੇ ਚੱਲਦੇ ਨੇ। ਕਾਹਦੇ ਝਗੜੇ ਨੇ? ਕੋਰਟਾਂ ਵਿੱਚ ਤੁਰੇ ਫਿਰਦੇ ਨੇ। ਕਾਹਦੇ ਲਈ? ਕਾਹਦਾ ਝਗੜਾ ਹੈ? ਮਾਇਆ ਦਾ। ਹੁਣ ਮਾਇਆ ਦਾ ਝਗੜਾ ਕਿਉਂ ਹੈ? ਤੁਹਾਡੇ ਕੋਲ ਉਹਨਾਂ ਨੂੰ ਜੇ ਪੁੱਛਿਆ ਜਾਏ ਕਿ ਤੁਹਾਡੇ ਕੋਲ ਨਹੀਂ ਹੈ, ਕਹਿੰਦੇ ਹੈਗੀ ਹੈ, ਸਾਡੇ ਕੋਲ 5-10 ਕਰੋੜ ਰੁਪਈਆ ਜਮ੍ਹਾਂ ਵੀ ਹੈ ਡੇਰਿਆਂ 'ਚ, ਫਿਰ ਤੁਹਾਨੂੰ ਡਰ ਕਾਹਦਾ ਹੈ? ਬਸ ਕਿਤੇ ਕੱਲ੍ਹ ਨੂੰ ਨਾ ਮਿਲੇ, ਇਹ ਡਰ ਹੈ। ਕੱਲ੍ਹ ਦਾ ਡਰ ਇੱਕ ਗਿਆਨ ਦੇਣ ਵਾਲਾ ਉਹ ਵੀ ਚੁੱਕੀ ਫਿਰਦਾ ਹੈ। ਕਿਉਂ? ਉਹਨੂੰ ਗਿਆਨ ਤੇ ਹੈ, ਪਰ ਬਾਹਰੋਂ ਕਿਸੇ ਹੋਰ ਦਾ ਹੈ, ਆਪਣਾ ਨਹੀਂ ਹੈ। ਜੇ ਕਿਸੇ ਦਾ ਗਿਆਨ ਹੈ, ਐਵੇਂ ਸਮਝ ਲਓ ਇਹ ਕਿਸੇ ਦੇ ਵਸਤਰ ਨੇ, ਆਪਣੇ ਨਹੀਂ ਹੈ। ਔਰ ਕਿਸੇ ਦੇ ਵਸਤਰ ਬੰਦੇ ਨੂੰ ਕੰਫਰਟੇਬਲ ਫੀਲ ਨਹੀਂ ਕਰਾਉਂਦੇ। ਕੱਪੜੇ ਆਪਣੇ ਹੀ ਹੋਣ, ਭਾਵੇਂ ਪਾਟੇ ਹੀ ਹੋਣ, ਫਿਰ ਵੀ ਬੰਦਾ ਉਹਨਾਂ ਦੇ ਵਿੱਚ ਸਹੀ ਫੀਲ ਕਰਦਾ ਹੈ, ਚੰਗਾ ਮਹਿਸੂਸ ਕਰਦਾ ਹੈ, ਸੁਖਾਵਾਂ ਫੀਲ ਕਰਦਾ ਹੈ ਆਪਣੇ ਵਸਤਰਾਂ 'ਚ। ਇਹ ਬਾਹਰ ਦੀ ਕਿਤਾਬ, ਬਾਹਰ ਦਾ ਗਿਆਨ ਕਿਸੇ ਦੇ ਵਸਤਰ ਨੇ। ਔਰ ਹਰੇਕ ਮਨੁੱਖ ਕਿਸੇ ਦੇ ਵੀ ਵਸਤਰ ਪਾ ਲੈਂਦਾ, ਲੱਗ ਜਾਂਦਾ ਦੁਨੀਆ ਨਾਲ ਲੜਨ। ਤੁਹਾਨੂੰ ਕੀ ਪਤਾ? ਮੈਨੂੰ ਪਤਾ ਹੈ ਵਸਤਰ ਕਿਸੇ ਦੇ, ਲੜ ਕੌਣ ਰਿਹਾ ਹੈ? ਵਸਤਰ ਕਿਸੇ ਦੇ ਨੇ, ਆਪਣੀ ਸ਼ੋਭਾ ਕੋਈ ਬਣਾ ਰਿਹਾ ਹੈ, ਆਪਣਾ ਨਹੀਂ ਬਣਾਇਆ ਵਸਤਰ। ਕਿਉਂ? ਇਹਨੂੰ ਕਹਿੰਦੇ ਨੇ, ਕਈ ਵਾਰੀ ਮਨੁੱਖ ਗੁਰਬਾਣੀ ਵੀ ਪੜ੍ਹ ਲੈਂਦਾ, ਗੁਰਬਾਣੀ ਪੜ੍ਹ ਕੇ ਉਹਦੇ ਅਰਥ ਪੜ੍ਹ ਕੇ ਲੜਨਾ ਸ਼ੁਰੂ ਕਰ ਦਿੰਦਾ। ਤੁਹਾਨੂੰ ਕੀ ਪਤਾ ਹੈ? ਤੁਸੀਂ ਤੇ ਮੂਰਖ ਦੇ ਮੂਰਖ ਰਹਿ ਗਏ। ਐਵੇਂ ਦੂਜਿਆਂ ਨੂੰ ਕਹਿਣਾ ਸ਼ੁਰੂ ਕਰ ਦਿੰਦਾ। ਹਜੇ ਜੈਸੀ ਗੁਰਬਾਣੀ ਆ ਰਹੀ ਹੈ, ਐਸਾ ਅਨੁਭਵ ਹੋ ਜਾਣਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਲਾਲੋ, ਜੈਸੀ ਮੈਨੂੰ ਆ ਰਹੀ ਹੈ, ਐਸੀ ਅਨੁਭਵ ਹੋਣੀ ਚਾਹੀਦੀ ਹੈ ਅੱਗੇ। ਫਿਰ ਜਿਸ ਤਰੀਕੇ ਨਾਲ ਗੁਰੂ ਨਾਨਕ ਨਿਰਭਉ ਹੋ ਗਏ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਜਿਸ ਤਰੀਕੇ ਨਾਲ ਉਹਨਾਂ ਦੇ ਅੰਦਰ ਇਹ ਰਵਾਬ ਵੱਜੀ, ਉਹ ਸਾਰਿਆਂ ਦੇ ਅੰਦਰ ਵੱਜ ਸਕਦੀ ਹੈ। ਮੇਰੇ ਸਾਹਿਬ ਜੀ ਨੂੰ ਜੈਸੀ ਬਾਣੀ ਉਹਨਾਂ ਨੂੰ ਅਨੁਭਵ ਹੋਈ, ਜੇ ਐਸੀ ਉਹਨੂੰ ਵੀ ਅਨੁਭਵ ਹੋ ਜਾਏ ਜਿਹੜਾ ਪੜ੍ਹ ਰਿਹਾ ਹੈ। ਪਰ ਯਾਦ ਰੱਖਣਾ, ਜਿਹੜਾ ਪੜ੍ਹ ਰਿਹਾ ਹੈ ਕਿਤੇ ਉਸ ਅਨੁਭਵ ਵਾਸਤੇ ਥੋੜ੍ਹੀ ਨਾ ਪੜ੍ਹ ਰਿਹਾ ਹੈ। ਜਿਹੜਾ ਬਾਣੀ ਨੂੰ ਕਿਤੇ ਪੜ੍ਹ ਰਿਹਾ ਹੈ, ਕਿਤੇ ਉਸ ਅਨੁਭਵ ਕਰਨ ਵਾਸਤੇ ਪੜ੍ਹ ਰਿਹਾ ਨਹੀਂ। ਤਾਂ ਹੀ ਮਹਾਰਾਜ ਨੇ ਕਿਹਾ, ਕਦੇ ਵੀ ਧਾਰਮਿਕ ਬਣੇ, ਜ਼ਿੰਦਗੀ 'ਚ ਯਾਦ ਰੱਖੀ ਕਿਤੇ ਬੱਧਾ ਚੱਟੀ ਦਾ ਸਿੱਖ ਨਾ ਬਣ ਜਾਵੇ। ਪਰ ਬਾਣੀ ਇਹ ਗੱਲ ਕਹਿੰਦੀ ਹੈ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਿਤੇ ਐਵੇਂ ਨਾ ਸਮਝ ਬੈਠੀ ਮੈਂ ਨਿਤਨੇਮ ਨੂੰ ਇੱਕ ਕਿਰਿਆ ਨਾ ਬਣਾ ਲਈ, ਨਿਤਨੇਮ ਇੱਕ ਆਨੰਦ ਬਣ ਜਾਏ, ਇਹ ਮੰਜ਼ਿਲ ਹੈ। ਨਿਤਨੇਮ ਕਿਤੇ ਇੱਕ ਕਰਮ ਨਾ ਬਣ ਜਾਏ, ਗੁਰਦੁਆਰੇ ਆਉਣਾ ਕਿਤੇ ਇੱਕ ਕਰਮ ਨਾ ਬਣ ਜਾਏ, ਇਹ ਤੋਂ ਬਚੇ। ਕਰਮਕਾਂਡੀ ਲੋਕ ਬਹੁਤ ਲੜਦੇ ਨੇ। ਕਿਉਂ? ਕਰਮਕਾਂਡੀਆਂ ਕੋਲ ਗਿਆਨ ਨਹੀਂ ਹੁੰਦਾ। ਕਰਮਕਾਂਡੀ ਆਪਣੀ ਉਹਨਾਂ ਦੀ ਇੱਕ ਹੀ ਬਿਰਤੀ ਹੁੰਦੀ ਹੈ, ਕਰਮਕਾਂਡੀਆਂ ਦੀ ਕਿਤੇ ਵੀ ਜਾਣਗੇ ਗੁਰੂ ਦੀ ਕੋਈ ਨੌਲੇਜ ਨਹੀਂ, ਗੁਰੂ ਗ੍ਰੰਥ ਦੀ ਕੋਈ ਨੌਲੇਜ ਨਹੀਂ, ਇਹਦਾ ਰੁਮਾਲਾ ਠੀਕ ਨਹੀਂ, ਉਹਦੇ ਕੱਪੜੇ ਠੀਕ ਨਹੀਂ, ਗੁਰਦੁਆਰੇ ਵਾਲੇ ਦਾ ਵਾਜਾ ਠੀਕ ਨਹੀਂ, ਇੱਥੋਂ ਤਾਈਂ ਖਲੋ ਜਾਂਦੇ ਨੇ। ਕਿਉਂ? ਉਹਨਾਂ ਦੀ ਦ੍ਰਿਸ਼ਟੀ ਇੱਥੋਂ ਤਾਈਂ ਹੈ। ਕਰਨ ਓਏ ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਮੰਦੇ। ਕਰਨ ਵੀ ਕੀ, ਹਜੇ ਤਾਈਂ ਦ੍ਰਿਸ਼ਟੀ ਗਹਿਰੀ ਗਈ ਨਹੀਂ। ਗੁਰੂ ਨਾਨਕ ਨੂੰ ਤੇ ਹਜੇ ਸੁਣਿਆ ਹੀ ਨਹੀਂ, ਗੁਰੂ ਨਾਨਕ ਤਾਈਂ ਤੇ ਗੱਲ ਗਈ ਨਹੀਂ, ਹਜੇ ਤਾਈਂ ਲੜ ਰਹੇ ਨੇ। ਮੈਂ ਦੇਖਦਾ
लड़ाइयां ਹੁੰਦੀਆਂ ਨੇ ਗੁਰਦੁਆਰਿਆਂ 'ਚ, ਸਾਡੀ ਜਾਤ ਦਾ ਪ੍ਰਧਾਨ ਬਣਾਓ। ਹੱਦ ਹੋ ਗਈ। ਗੁਰਦੁਆਰੇ ਦੀਆਂ ਪ੍ਰਧਾਨੀਆਂ ਉਹ ਵੀ ਜਾਤਾਂ ਦੇ ਨਾਂ 'ਤੇ ਬਣਨਾ ਤੇ ਠੀਕ ਹੈ, ਜਾਤਾਂ ਦੇ ਨਾਂ 'ਤੇ। ਜਿਹਨੂੰ ਮਹਾਰਾਜ ਜਾਤ ਨਾ ਜਾਤ ਕਾ ਗਰਭ ਨਾ ਕੀਜੈ ਮੂਰਖ ਦਾ ਵਾਰਾ। ਕਿਉਂ? ਹਜੇ ਤਈ ਅਕਲ ਉੱਥੋਂ ਤਈ ਹੈ, ਹਜੇ ਤਈ ਅੰਦਰ ਨਿਰਮਲ ਨਹੀਂ ਹੋਇਆ। ਗਿਆਨ ਤੇ ਹੈ, ਗਿਆਨ ਕਿਸੇ ਦਾ ਹੈ, ਆਪਣਾ ਨਹੀਂ ਹੈ। जिस दिन एक गुरु नानक दे जिस घर तो आवाज़, ना को हिंदू ना मुसलमान, ऐसी आवाज़ जेड़े घर तो जाती होए उतों के लोग ही इन्हां गल्लां पिछे लड़न। फिर कोई सियाणा मनुख तो समझ जाएगा घट्टो घट इन्हां कोल धर्म तो नहीं है। सियाणा मनुख तो उन्हां दीयां गल्लां तो हिसाब लगा लेगा, घट्टो घट धार्मिक तो नहीं ने, राजनीतिक ने। ये राजनीति है, धार्मिकता नहीं है। ये कोई अंदर दी गल है, ये कोई अनुभव है नहीं। और फिर ऐसे लोग सारी उम्र परेशानी विच रहिंदे ने और परेशानी विच ही जिंदगी निकल जाती है। इन्हां झगड़ियां दे विच ही तू हिंदू है, तू मुसलमान है, तू जट है, तू बणिया है, तू फलाना है। बाहर दियां गोतां जातां दे नां ते लड़ाई चलदी रहिंदी है, धुर तो चल रही है। इस तो बाद फिर संप्रदावां दी चलदी है, तू टकसाली है, तू अकाली है, तू मिश्रनी है। ये लड़ाई चलती रहती है। क्यों? हजे ते अंदर का ज्ञान नहीं है, हजे ते गुरु गुरु नहीं है। बाणी कहती है जदों तई अंदरों गुरु का अनुभव नहीं होंदा, होएगा किवें? ज्यों ज्यों मनुख वाहिगुरू का शब्द जपदा रहिंदा है, शब्द जपदा रहिंदा है, जपदियां जपदियां एक दिन उहदे अंदर दियां तरंगां बदल जांदियां ने। उहनूं अंदरों ज्ञान हुंदा है, अंदर दी अख खुल जाती है। जिमें एक बीज जदों अपने खोल नूं तोड़दा है, एक दरख्त बन जाता है। जदों तई बीज है, बीज दे उत्ते जिहड़ा आवरण हुंदा है उन्हें नहीं तोड़िया, दरख्त नहीं बनेगा। दुनिया बीज लैके जमदी है, बीज ही चली जाती है। आवरण तोड़ना पैंदा है। चारों तरफ जिहड़ा आवरण बने हैं, मैं इंडियन हाँ, मैं हरियाणवी हाँ, ये आवरण तोड़ने पैंदे ने। जिस दिन ये आवरण टुट जाता है, अंदर ज्ञान की उपज हो जाती है। बाणी अगे कह रही है, महाराज कहते बिन नाव है दुख काल संताप है, बिना नाम तो बिना अंदरले ज्ञान तो मौत का डर सताउंदा रहिंदा है। मनुख नूं क्यों आत्मक ज्ञान नहीं होया? वो सोचता है मैं मर जाना है। जिन्हों आत्मक ज्ञान हो गया वो कहता मैं नहीं मरना, शरीर ने जाना है। वो अज भी जा सकता है, कल भी जा सकता है, आत्मा अमर है। मौत का डर उत्थे खत्म हो जाता है। महाराज अगे कहते ने तत्तो तत् मिलै मन मन है। जे किते वो परमेश्वर दे तत्त दे नाल मन मिल जाए, मन किते उस नूं अनुभव कर ले, मन उस जिहड़ी दुनिया की एनर्जी चल रही है उस नूं फील कर ले। तत्तो तत् मिलै मन मानै, दूजा जाए एकत कर अन। एकत दुनिया का प्रेम इहदे विच है, दुनिया का मोह इहदे विच है, और मोह होना भी चाहिए। पर मोह की एक सीमा है, काम की एक सीमा है, क्रोध की एक सीमा है, लोभ की एक सीमा है। लोभ तो एक सीमा तो वधिया होया लोभ मनुख नूं अत्याचारी बना देंदा है। सीमा तो वधिया होया काम मनुख नूं दुराचारी बना देंदा है। सीमा तो वधिया होया अहंकार मनुख नूं राक्षस बना देंदा है। एक सीमा तई ते ठीक है, सीमा तो वधिया खराब। इस करके लोग आम करके वेख्या जाता है, सीमा वधदी जाती है अभिमान की, वधद्या हिटलर वर्गे बन जाते हैं जिन्हें 1 करोड़ यहूदियों नूं धर्म के नां ते मार दिता। रोज़ रोज़ लोभ की सीमा वधदी है। एक लीडर ने अपने लड़के नूं ही मरवा दिता, क्यों? लोभ वध गया। जदों लोभ वध जाता है, बाणी ने कदे भी गुरबाणी दे विच
ਤੁਸੀਂ ਇਹ ਨਹੀਂ ਵੇਖੋਗੇ ਕਾਮ ਦੀ ਹਦਾਇਤ ਦਿੱਤੀ ਹੈ, ਕ੍ਰੋਧ ਨਹੀਂ। ਬਾਣੀ ਕਹਿੰਦੀ ਹੈ ਜ਼ਿੰਦਗੀ ਵਿੱਚ ਇੱਕ ਮਨੁੱਖ ਤੋਂ ਜ਼ਰੂਰ ਬਚੀ, ਭਾਵੇਂ ਆਪਣੇ ਪਰਿਵਾਰ ਦਾ ਹੀ ਮੈਂਬਰ ਕਿਉਂ ਨਾ ਹੋਵੇ। ਉਹ ਕੌਣ ਹੈ? ਉਹ ਕਹਿੰਦੇ ਲੋਭੀ ਕਾ ਵਿਸਾਉ ਨਾ ਕੀਜੈ, ਜੇ ਕਾ ਪਾਰ ਵਿਸਾਏ। ਕਹਿੰਦੇ ਵੇਖ ਲਈ ਕਿਤੇ ਪੁੱਤਰ ਲੋਭੀ ਹੋ ਗਿਆ, ਉੱਥੋਂ ਬਚ ਕੇ ਰਹੀ। ਜੇ ਦਾਅ ਤੇ ਲਾਉਣ ਦੀ ਲੋੜ ਪਈ, ਪਿਤਾ ਨੂੰ ਵੀ ਦਾਅ ਤੇ ਲਾ ਦੇਗਾ। ਜੇ ਦਾਅ ਤੇ ਲਾਉਣ ਦੀ ਲੋੜ ਪਈ, ਧਰਮ ਨੂੰ ਵੀ ਦਾਅ ਤੇ ਲਾ ਦੇਗਾ। ਜੇ ਲੋੜ ਪਈ ਦਾਅ ਤੇ ਲਈ। ਤਾਂ ਹੀ ਕਰਕੇ ਸ਼ਾਇਦ ਡਾਕਟਰ ਮੁਹੰਮਦ ਇਕਬਾਲ ਨੇ ਲਿਖਿਆ, हवश के बंदे खुदा को बेच देते हैं, हवश के बंदे खुदा के घर को बेच देते हैं। ਜਦੋਂ ਹਵਸ਼ ਦੇ ਵਿੱਚ ਲੋਭ ਦੀ ਹਵਸ਼ 'ਚ ਮੁੱਕ ਆਇਆ ਹੋਏ, ਗੁਰਦੁਆਰੇ ਦੀਆਂ ਜ਼ਮੀਨਾਂ ਵੇਚ ਜਾਂਦੇ ਨੇ, ਮੰਦਰ ਦੀਆਂ ਜ਼ਮੀਨਾਂ ਵੇਚ ਜਾਂਦੇ ਨੇ ਲੋਕ, ਮਸਜਿਦ ਦੀਆਂ ਜ਼ਮੀਨਾਂ ਵੇਚ ਜਾਂਦੇ ਨੇ। ਹਵਸ਼ ਦੇ ਵਿੱਚ ਆਏ ਹੋਏ ਲੋਕ ਗੁਰਦੁਆਰੇ ਦਾ ਸਮਾਨ, ਮੰਦਰ ਦਾ ਸਮਾਨ, ਮਸਜਿਦ ਦਾ ਸਮਾਨ ਹੀ ਵੇਚ ਜਾਂਦੇ ਨੇ। हवश के बंदे खुदा के घर को बेच देते हैं, खुदा के घर की क्या बात है, वो तो खुद खुदा को बेच देते हैं। खुदा दे घर दी की गल है, वो तो खुद रब नूं बेच देंदे ने। सीमा तो वधिया होया लोभ मनुख नूं तंग करदा है। इनू कल्ले नूं तंग नहीं करेगा, ये फिर जेड़ा लोभ दे नाल पैसा लियाएगा, इहदी पीढ़ी नूं भी तंग करेगा। ਇਹਦਾ ਅੱਗੇ ਜਿਹੜਾ ਪਰਿਵਾਰ ਵੰਸ਼ ਚੱਲਣਾ ਹੈ ਉਹਨੂੰ ਵੀ ਤੰਗ ਕਰੇਗਾ, ਇਹਨੂੰ ਤੇ ਕਰੇਗਾ ਹੀ ਕਰੇਗਾ। ਹੁਣ ਬਾਣੀ ਅੱਗੇ ਕਹਿੰਦੀ ਹੈ, ਬੋਲੇ ਪਵਨਾ ਗਗਨ ਗਰਜੈ। ਫਿਰ ਮਨੁੱਖ ਦਾ ਜਿਹੜਾ ਮਨ ਹੈ ਇਹ ਰੱਬ ਦੀ ਲਹਿਰ ਦੇ ਵਿੱਚ, ਪਰਮਾਤਮਾ ਦੇ ਗਿਆਨ ਵਿੱਚ ਚੱਲ ਪੈਂਦਾ ਹੈ। ਕਿ ਜਿਵੇਂ ਬੱਦਲ ਗਰਜਦਾ ਹੈ, ਐਵੇਂ ਇਸ ਦੇ ਅੰਦਰ ਪਰਮੇਸ਼ਰ ਦਾ ਗਿਆਨ ਵੱਧਦਾ ਹੀ ਜਾਂਦਾ। ਨਾਨਕ ਨਿਹਚਲ ਮਿਲਣ ਸਹਜਾ। ਜਿਸ ਦਿਨ ਸਹਿਜ ਅਵਸਥਾ 'ਚ ਮਨੁੱਖ ਪਹੁੰਚ ਜਾਂਦਾ ਹੈ, ਉਸ ਦਿਨ ਇਹ ਆਰਾਮ ਨਾਲ ਬੈਠ ਜਾਂਦਾ ਹੈ। ਔਰ ਧਰਮ ਦੀ ਸਾਧਨਾ ਸਹਿਜ 'ਚ ਆਉਣ ਦੀ ਸਾਧਨਾ ਹੈ, ਕਿਉਂਕਿ ਦੁਨੀਆ ਦੇ ਵਿੱਚ ਮੰਜ਼ਿਲ ਨਹੀਂ ਹੈ, ਸਿਰਫ ਰਾਸਤੇ ਹੀ ਨੇ। ਤਾਂ ਹੀ ਬਾਣੀ ਕਹਿੰਦੀ ਹੈ, ਸਤਿਗੁਰ ਤਾ ਪਾਇਆ ਸਹਜ ਸੇਤੀ। ਗੁਰੂ ਮਿਲਦਾ ਹੈ, ਸਹਿਜ 'ਚ ਮਿਲਦਾ ਹੈ, ਸ਼ਾਂਤੀ ਵਿੱਚ ਮਿਲਦਾ। ਜਦੋਂ ਚਾਰੇ ਪਾਸੇ ਅੰਦਰ ਸ਼ਾਂਤੀ ਆਉਂਦੀ ਹੈ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਜਿਸ ਦਿਨ ਅੰਦਰ ਸ਼ਾਂਤ ਹੁੰਦਾ ਹੈ, ਅੰਦਰ ਦੀ ਦੌੜ ਭੱਜ ਮੁੱਕ ਜਾਏ, ਬਾਹਰ ਸਭ ਕੁਝ ਸ਼ਾਂਤੀ ਜਪਦਾ ਹੈ, ਉਦੋਂ ਤਾਈਂ ਐਵੇਂ ਲੱਗਦਾ ਹੈ ਫਲਾਣਾ। ਕਿਉਂਕਿ ਅਸਲ ਦੇ ਵਿੱਚ ਜਿਹੜਾ ਧਾਰਮਿਕ ਮਨੁੱਖ ਹੈ, ਉਹਦੀ ਇੱਕ ਪਛਾਣ ਵੀ ਹੈ। ਜਦੋਂ ਤਾਈਂ ਮਨੁੱਖ ਨੂੰ ਇਹ ਲੱਗ ਰਿਹਾ ਹੈ ਮੇਰੇ ਦੁੱਖ ਦਾ ਕਾਰਨ ਮੇਰਾ ਗਵਾਂਢੀ ਹੈ, ਮੇਰਾ ਪੜੋਸੀ ਹੈ, ਉਦੋਂ ਤਾਈਂ ਉਹ ਧਾਰਮਿਕ ਨਹੀਂ ਹੈ। ਜਦੋਂ ਤਾਈਂ ਮਨੁੱਖ ਨੂੰ ਇਹ ਲੱਗ ਰਿਹਾ ਹੈ ਮੇਰੇ ਘਰ ਦੇ ਵਿੱਚ ਦੁੱਖਾਂ ਦਾ ਕਾਰਨ ਇਹ ਦੇਸ਼ ਹੈ, ਮੈਂ ਇਹ ਦੇਸ਼ 'ਚ ਹੀ ਕਿਉਂ ਜੰਮਿਆ, ਇਹ ਰਾਜ 'ਚ ਹੀ ਕਿਉਂ ਜੰਮਿਆ, ਉਦੋਂ ਤਾਈਂ ਮਨੁੱਖ ਧਾਰਮਿਕ ਨਹੀਂ। ਉਦੋਂ ਤਾਈਂ ਉਹਦੇ ਅੰਦਰ ਹਜੇ ਗਿਆਨ ਨਹੀਂ ਹੋਇਆ। ਜਿਸ ਦਿਨ ਮਨੁੱਖ ਨੂੰ ਇਹ ਪਤਾ ਲੱਗ ਜਾਏ ਮੇਰੇ ਦੁੱਖਾਂ ਦਾ ਕਾਰਨ, ਮੇਰੀ ਅਸ਼ਾਂਤੀ ਦਾ ਕਾਰਨ ਮੈਂ ਖੁਦ ਹਾਂ, ਮੇਰੀ ਅਸ਼ਾਂਤੀ ਦਾ ਕਾਰਨ ਮੈਂ ਖੁਦ ਹਾਂ, ਬਸ ਉਸ ਦਿਨ ਇਹ ਆਪਣੇ ਕਾਰਨਾਂ ਨੂੰ ਲੱਭੇਗਾ, ਸ਼ਾਂਤ ਹੋ ਜਾਏਗਾ। ਹਜੇ ਤੇ ਮਨੁੱਖ ਕਿਸੇ ਨੂੰ ਕਾਰਨ ਬਣਾਈ ਬੈਠਾ, ਫਿਰ ਉਹਦੇ ਨਾਲ ਲੜਾਈ ਕਰਦਾ, ਆਪਣੇ ਤੇ ਫਿਰ ਵੀ ਨਹੀਂ ਆਉਂਦਾ, ਸਾਰੀ ਉਮਰ ਲੜਾਈ ਵਿੱਚ ਹੀ ਨਿਕਲ ਜਾਂਦੀ ਹੈ, ਸ਼ਾਂਤੀ ਫਿਰ ਵੀ ਨਹੀਂ ਆਉਂਦੀ। ਬਾਣੀ ਦਾ ਇਹ ਮਹਾਨ ਵਾਕ ਦੱਦਾ ਹੈ, ਦੋਸ਼ ਨਾ ਦੇਉ ਕਿਸੇ, ਕਿਸੇ ਨੂੰ ਦੋਸ਼ ਨਾ ਦੇ। ਜਦੋਂ ਤਾਈਂ ਕਿਸੇ ਨੂੰ ਦੋਸ਼ ਦੇ ਰਿਹਾ ਹੈ, ਉਦੋਂ ਤਾਈਂ ਇਹਦੇ ਦੁੱਖਾਂ ਦੀ ਨਿਰਵਿਰਤੀ ਸਾਰੀ ਉਮਰ ਨਹੀਂ ਹੋਣੀ। ਤਾਂ ਹੀ ਜਿਨ੍ਹਾਂ ਨੇ ਰੱਬ ਨੂੰ ਪਾਇਆ ਉਹਨਾਂ ਇੱਕ ਹੀ ਗੱਲ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਹਨੂੰ ਇਹ ਪਤਾ ਲੱਗ ਗਿਆ ਮੇਰੇ ਦੁੱਖਾਂ ਦਾ ਕਾਰਨ ਮੈਂ ਖੁਦ ਹਾਂ, ਕਿਉਂਕਿ ਕਿਉਂ ਬੀਜ ਮੇਰੇ ਹੱਥ ਵਿੱਚ ਨੇ, ਬੀਜ ਮੈਂ ਰਿਹਾ। ਜਦੋਂ ਬਾਣੀ ਨੇ ਕਹਿ ਦਿੱਤਾ ਆਪੇ ਬੀਜ ਆਪੇ ਹੀ ਖਾਓ, ਜਦੋਂ ਬੀਜ ਹੀ ਸਾਡੇ ਕੋਲ ਨੇ ਫਿਰ ਖਾਵਾਂਗੇ ਆਪ ਹੀ। ਬੀਜ ਸਾਡੇ ਕੋਲ ਨੇ, ਬੀਜਣੇ ਅਸੀਂ ਨਹੀਂ, ਫਿਰ ਦੂਜਾ ਦੁੱਖਾਂ ਦਾ ਕਾਰਨ ਕਿਵੇਂ ਬਣ ਜਾਏਗਾ। ਸਭ ਤੋਂ ਪਹਿਲੀ ਸੀੜੀ ਜ਼ਿੰਦਗੀ ਵਿੱਚ ਆਪਣੇ ਆਪ ਦੇ ਜਿੰਨੇ ਵੀ ਦੁੱਖ ਨੇ ਨੋਟ ਕਰੋ, ਉਹ ਅਸੀਂ ਪੈਦਾ ਕੀਤੇ ਨੇ। ਕਿਤੇ ਨਾ ਕਿਤੇ
ਉਹਨਾਂ ਦੇ ਜ਼ਿੰਮੇਵਾਰ ਅਸੀਂ ਹਾਂ। ਮਨੁੱਖ ਖੁਦ ਹੈ ਜ਼ਿੰਮੇਵਾਰ ਉਹਨਾਂ ਦੁੱਖਾਂ ਦਾ। ਕਿਤੇ ਉਹਨਾਂ ਦੁੱਖਾਂ ਦੀ ਜ਼ਿੰਮੇਵਾਰੀ ਲੈ ਲਵੇ, ਇਹ ਸ਼ਾਂਤ ਹੋ ਜਾਏਗਾ, ਇਹਨੂੰ ਪਰਮੇਸ਼ਰ ਦਾ ਮਿਲਾਪ ਹੋ ਜਾਏਗਾ। ਜਿਵੇਂ ਕਈ ਵਾਰੀ ਇਹ ਐਗਜ਼ਾਮਪਲ ਆਪ ਜੀ ਦੇ ਸਾਹਮਣੇ ਦਿੰਦਾ ਹੁੰਦਾ, ਇੱਕ ਜੰਗਲੀ ਘੋੜਾ ਹੈ, ਉਹਦੀ ਪੁੱਛਲ ਦੇ ਉੱਤੇ ਕੰਡੇ ਹੁੰਦੇ ਨੇ, ਤੇ ਜਦੋਂ ਵੀ ਟੱਪਦਾ ਕੰਡੇ ਉਹਦੇ ਉੱਤੇ ਵੱਜਦੇ ਨੇ, ਔਰ ਸਾਰੀ ਉਮਰ ਉਹ ਪਤਾ ਕੀ ਸੋਚਦਾ, ਮੈਨੂੰ ਕੰਡੇ ਕੋਈ ਬਾਹਰੋਂ ਮਾਰਦਾ ਹੈ। ਕੋਈ ਸਿਆਣਾ ਉਹਨੂੰ ਜਾ ਕੇ ਦੱਸੇ ਕੰਡੇ ਬਾਹਰੋਂ ਨਹੀਂ ਵੱਜ ਰਹੇ, ਕੰਡੇ ਤੂੰ ਆਪਣੇ ਪਿੱਛੇ ਲਾਏ ਨੇ। ਫਰੀਦਾ ਲੋੜ ਹੈ ਧਾਕ ਬਜੂਰੀਆਂ, ਕਿੱਕਰ ਬੀਜੈ ਜੱਟ। ਕਹਿੰਦੇ ਅਸਲ ਦੇ ਵਿੱਚ ਤੂੰ ਦਾਖਾਂ ਲੋੜ ਰਿਹਾ, ਦਾਖਾਂ ਮਿਲਣ, ਮੈਨੂੰ ਵਧੀਆ ਫਲ ਮਿਲਣ, ਪਰ ਇਹ ਤੇ ਵੇਖ ਬੀਜ ਕਿਹਦੇ ਨੇ ਹੱਥ ਵਿੱਚ, ਬੀਜ ਤੇਰੇ ਕੋਲ ਕਿੱਕਰ ਦੇ ਨੇ। ਫਿਰ ਘਰਾਂ ਦੇ ਵਿੱਚ ਕਿਤੇ ਕਿੱਕਰ ਲਾਉਣੀ ਹੈ, ਕੱਲ੍ਹ ਨੂੰ ਕਿੱਕਰ ਵੱਡੀ ਹੋਏਗੀ, ਉਹਦੇ ਕੰਡੇ ਹੋਣਗੇ, ਬਬੂਲ ਵੱਡਾ ਹੋਏਗਾ, ਕੰਡੇ ਹੋਣਗੇ, ਫਿਰ ਅਸੀਂ ਪਰੇਸ਼ਾਨ ਹੋਵਾਂਗੇ। ਇਹ ਕੌਣ ਬੀਜ ਗਿਆ? ਸਾਡੇ ਘਰ 'ਚ ਕੌਣ ਬੀਜ ਗਿਆ? ਅਸੀਂ ਬੀਜੀਏ। ਕਿਸੇ ਦੀ ਕੀ ਹਿੰਮਤ ਹੈ ਸਾਡੇ ਘਰ ਦੇ ਵਿੱਚ ਕੋਈ ਕੰਡੇ ਬੀਜ ਜਾਏ? ਨਹੀਂ, ਅਸੀਂ ਬੀਜੇ ਨੇ। ਜਿੰਨੇ ਵੀ ਜ਼ਿੰਦਗੀ ਵਿੱਚ ਕੰਡੇ ਨੇ, ਜਿੰਨੀਆਂ ਵੀ ਰੁਕਾਵਟਾਂ ਨੇ, ਮਨੁੱਖ ਉਹਨਾਂ ਦਾ ਜ਼ਿੰਮੇਵਾਰ ਆਪ ਹੈ। ਕਿਤੇ ਉਹਨਾਂ ਦੀ ਜ਼ਿੰਮੇਵਾਰੀ ਲਵੇ, ਫਿਰ ਉਹਨਾਂ ਨੂੰ ਠੀਕ ਕਰਨ ਦੇ ਉਪਰਾਲੇ ਵੀ ਇਹ ਕਰ ਲਵੇਗਾ। ਜਦੋਂ ਤਾਈਂ ਮਨੁੱਖ ਨੇ ਦੋਸ਼ ਹੀ ਦੂਜੇ ਨੂੰ ਦੇਣਾ ਹੈ, ਫਿਰ ਉਦੋਂ ਤਾਈਂ ਠੀਕ ਕਰਨ ਦਾ ਉਪਰਾਲਾ ਕਿਵੇਂ ਕਰੇਗਾ? ਠੀਕ ਕਿਹਨੂੰ ਕਰਨਾ ਹੈ? ਆਪਣੇ ਆਪ ਨੂੰ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਕੀਤਾ ਉਹੀ ਤੇ ਮੈਂ ਪਾਇਆ। ਕੋਈ ਬਾਹਰੋਂ ਥੋੜੀ ਨਾ ਕੁਝ ਪ੍ਰਾਪਤੀ ਹੋਈ ਹੈ, ਜੋ ਮੈਂ ਕਰ ਰਿਹਾ ਉਹ ਮੈਨੂੰ ਮਿਲ ਰਿਹਾ ਹੈ। ਇਸ ਕਰਕੇ ਸਾਧ ਸੰਗਤ ਯਾਦ ਰੱਖਣਾ, ਜੋ ਕੱਲ੍ਹ ਨੂੰ ਆਏਗਾ ਉਹਦੀ ਚਿੰਤਾ ਮਤ ਕਰੋ। ਜੋ ਚਲਾ ਗਿਆ ਉਹਨੂੰ ਸੋਚ ਸੋਚ ਕੇ ਪਰੇਸ਼ਾਨ ਨਾ ਹੋ। ਕਿਉਂ? ਜੋ ਚਲਾ ਗਿਆ ਉਹ ਗਿਆ, ਜੈਸਾ ਵੀ ਗਿਆ, ਦੁੱਖਾਂ ਵਿੱਚ ਗਿਆ, ਸੁੱਖਾਂ ਵਿੱਚ ਗਿਆ, ਗਿਆ। ਜੋ ਅੱਗੇ ਆਉਣਾ ਹੈ ਉਹ ਸਾਡੇ ਹੱਥ ਵਿੱਚ ਨਹੀਂ ਹੈ, ਸਾਡੇ ਹੱਥ ਵਿੱਚ ਹੁਣ ਹੈ, ਅੱਜ ਹੈ। ਪਰ ਯਾਦ ਰੱਖਣਾ, ਜਿਨ੍ਹਾਂ ਨੇ ਅੱਜ ਨੂੰ ਸਵਾਰ ਲਿਆ, ਕਾਲ ਕਰਨ ਤੈ ਆਜ ਕਰ। ਜੋ ਕੱਲ੍ਹ ਨੂੰ ਕਰਨਾ ਉਹਨੂੰ ਅੱਜ ਕਰ। ਕਬੀਰ ਸਾਹਿਬ ਆਪਣੇ ਸ਼ਲੋਕਾਂ 'ਚ ਕਹਿੰਦੇ ਨੇ, ਕਹਿੰਦੇ ਜੋ ਕੱਲ੍ਹ ਨੂੰ ਕਰਨਾ ਹੈ ਉਹਨੂੰ ਅੱਜ ਕਰ, ਜੋ ਅੱਜ ਕਰਨਾ ਹੈ ਉਹਨੂੰ ਹੁਣੇ ਕਰ। ਜੇ ਕਿਤੇ ਨਾਮ ਜਪਣ ਦੀ ਪਲਾਨਿੰਗ 50-60 ਸਾਲ ਤੋਂ ਬਾਅਦ ਦੀ ਬਣਾ ਲਈ ਹੈ, ਉਹਨੂੰ ਰੱਦ ਕਰ ਦੇਣਾ ਚਾਹੀਦਾ। ਅੱਜ ਕਰੀਏ। ਕਿਉਂ? 50-60 ਸਾਲ ਤੇ ਦੁੱਖ ਸਹਿਣ ਕਰਦੇ ਰਵਾਂਗੇ, ਕਿਉਂਕਿ ਬਿਨ ਨਾਵੈ ਜੀਵਨ ਬਿਰਥਾ। ਜੇ ਅੰਦਰ ਅਨੁਭਵ ਨਹੀਂ ਹੋਇਆ, ਅੰਦਰ ਸੱਤਿਆ ਤੇ ਅਸੱਤਿਆ ਦਾ ਗਿਆਨ ਨਹੀਂ ਹੋਇਆ, ਸੱਚ ਤੇ ਝੂਠ ਦਾ ਗਿਆਨ ਨਹੀਂ ਹੋਇਆ, ਉਦੋਂ ਤੇ ਦੁੱਖ ਹੀ ਦੁੱਖ ਨੇ। ਉਹ ਵੱਖਰੀ ਗੱਲ ਹੈ। ਮਨੁੱਖ ਰਾਹ 'ਤੇ ਚੱਲਦਾ ਹੈ, ਮਨੁੱਖ ਅਸਲ ਦੇ ਵਿੱਚ ਪਤਾ ਕੀ ਕਰਦਾ ਹੈ? ਮਨੁੱਖ ਨੂੰ ਜਿਹੜਾ ਤੇ ਗਿਆਨੀ ਹੋ ਗਿਆ, ਆਮ ਵਿਦਵਾਨ ਮੰਨਦੇ ਨੇ, ਜਿਹੜਾ ਗਿਆਨੀ ਹੋ ਗਿਆ ਉਹਨੂੰ ਪਤਾ ਲੱਗ ਗਿਆ ਜੀਵਨ ਇੱਕ ਦੁੱਖ ਹੈ। ਜਿਹਨੂੰ ਹਜੇ ਨਹੀਂ ਪਤਾ ਉਹ ਸੁੱਖ ਦੀ ਆਸ਼ਾ ਵਿੱਚ ਜੀ ਰਿਹਾ ਹੈ। ਸ਼ਾਇਦ ਅੱਜ ਨਹੀਂ ਮਿਲਿਆ, ਕੱਲ੍ਹ ਨੂੰ ਮਿਲੇਗਾ, ਕੱਲ੍ਹ ਨਹੀਂ ਮਿਲਿਆ ਪਰਸੋਂ ਮਿਲ ਜਾਏਗਾ। ਪਰ ਐਸਾ ਹੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ। ਕਦੀ ਸੁੱਖ ਆਉਂਦਾ ਹੈ, ਫਿਰ ਇੱਕ ਆਸ਼ਾ ਲੱਗ ਜਾਂਦੀ ਹੈ, ਲਗਾਤਾਰ ਤੁਰਿਆ ਰਹਿੰਦਾ ਹੈ ਉਸ ਆਸ਼ਾ 'ਤੇ। 70-80 ਸਾਲ 'ਤੇ ਪਿੱਛੇ ਮੁੜ ਕੇ ਵੇਖੇਗਾ, ਜਿਹੜੀ ਚੀਜ਼ ਮੈਂ ਸੋਚ ਰਿਹਾ ਸੀ ਉਹ ਤਾਂ ਹੋਈ ਨਹੀਂ। ਜੈਸਾ 20 ਸਾਲ 'ਤੇ ਮੇਰੀ ਸੋਚ ਸੀ, ਅੱਜ 80 ਸਾਲ ਦਾ ਹੋ ਗਿਆ, ਸੋਚ ਅੱਜ ਵੀ ਵੈਸੀ ਹੈ, ਬਦਲਿਆ ਤੇ ਕੁਛ ਵੀ ਨਹੀਂ। ਸਰੀਰ ਬਦਲਿਆ ਹੈ, ਸੋਚ ਨਹੀਂ ਬਦਲੀ। ਕਿਉਂ? ਜਿਹੜੀ ਤਰੀਕੇ ਨਾਲ ਸੋਚ ਬਦਲਣੀ ਨਹੀਂ ਸੀ ਉਹ ਤਾਂ ਕੀਤਾ ਹੀ ਨਹੀਂ। 20 ਸਾਲ ਪਹਿਲਾਂ ਵੀ ਲੋਭ ਘੱਟ ਸੀ, ਅੱਜ 80 ਸਾਲ ਦਾ ਹੋ ਗਿਆ, ਸਗੋਂ ਲੋਭ ਵੱਧ ਗਿਆ ਹੈ। 20-25 ਸਾਲ ਦਾ ਸੀ, ਹੰਕਾਰ ਘੱਟ ਸੀ, ਅੱਜ ਵੱਧ ਗਿਆ ਹੈ। ਪਰ ਯਾਦ ਰੱਖਣਾ, ਰੋਜ਼-ਰੋਜ਼ ਗੁਣ ਵੀ ਵੱਧਦੇ ਨੇ। ਬਾਣੀ ਕਹਿੰਦੀ ਰੋਜ਼-ਰੋਜ਼ ਅਵਗੁਣ ਵੀ ਵੱਧਦੇ ਨੇ, ਰੋਜ਼-ਰੋਜ਼ ਪੁੰਨ ਵੀ ਵੱਧਦੇ ਨੇ, ਰੋਜ਼-ਰੋਜ਼ ਪਾਪ ਵੀ ਵੱਧਦੇ ਨੇ। ਕੋਈ ਮਨੁੱਖ ਹੁੰਦਾ ਹੈ ਜਿਹੜਾ ਰੋਜ਼-ਰੋਜ਼ ਕਿਤੇ ਰੱਬ ਦੀ ਬਾਣੀ, ਉਹਦਾ ਨਾਮ ਜਪ ਲੈਂਦਾ, ਆਪਣੇ ਘਰ ਨੂੰ ਰੋਜ਼ ਸਾਫ਼ ਕਰ ਲੈਂਦਾ, ਤੇ ਕਿਤੇ ਉਹਦੇ ਪਾਪ ਪੁੰਨ ਦਾ ਪਲੜਾ ਬਰਾਬਰ ਜਾ ਰਹਿੰਦਾ। ਨਹੀਂ, ਮਨੁੱਖ ਜ਼ਿੰਦਗੀ ਵਿੱਚ ਇੰਨੀ ਪਰੇਸ਼ਾਨੀ ਵਿੱਚ ਚਲਾ ਜਾਂਦਾ ਹੈ, ਬਿਨਾਂ ਗਿਆਨ ਤੋਂ ਸੋਚਦਾ ਮੈਂ ਆਤਮ ਹੱਤਿਆ ਹੀ ਕਰ ਲਵਾਂ।
इस लैवल ते बड़े बड़े वड्डे लोग ਜਿਹੜੇ बड़े बड़े फेमस सन वो आत्म हत्या कर गए। उन्होंने पूछा जाए तुसी क्यों की? परेशान हो गई जिंदगी। काहदे करके परेशान? किते रोटी की परेशानी सी? नहीं। किते घर की परेशानी सी? नहीं। किते कोई गड्डी की परेशानी है? नहीं। फिर परेशानी काहदी है? अपने मन की। अंदर ज्ञान नहीं, अंदर अनुभव नहीं, रोज़ रोज़ परेशानियां वधदियां जांदियां ने। किते ये परेशानियां घट हो जाण। बाणी कहती है बिना नाम तो, बिना अनुभव तो, अनुभवी ज्ञान तो परेशानी नहीं मिटती। इस करके मनुख नूं रोज़ ਇਹਦਾ फिर इको एक ही तरीका है, रोज़ सवेरे बैठ के 20 मिनट 25 मिनट या 30 मिनट रोज़ नाम जपे। सवेरे भी जपे और शाम नूं भी जपे। घट्टो घट जिन्नियां हैगियां ने इन्हां नूं ते दूर करदा रहे। कोई वाहिगुरू वाहिगुरू करे, रब रब करे। रब रब करिया किते अंदर मनुख दा बदल जाए, क्योंकि परेशानियां इस दे अंदर ने, बाहर नहीं हैं। मैं फिर कह दिया धार्मिक मनुख नूं ये पता लग जाता है दुनिया जिहड़ी है ये दुख ही है। पर जे किते गुरु का ज्ञान अंदर आ जाए ये सुख विच बदल जाती है। फिर हसंदियाँ खिलंदियाँ खावंदियाँ पहनंदियाँ विच होगा मुक्त। ऐसा भी हो सकता है। इस करके फिर मैं बेनती शुरू तो करा, जेड़ा ज्ञानी है बाहरों ज्ञानी है, अंदरों अज्ञानी है। जिन्हों अंदरों ज्ञान हो गया, हो सकता है दुनिया वास्ते अज्ञानी होए पर अंदरों वो ज्ञानी है। बाहर की विद्या उहदे कोल ना होए कोई गल नहीं। शायद बाहर का ज्ञानी वो ना होए, उन्होंने बायोलॉजी बारे ना पता होए, साइकोलॉजी बारे ना पता है, पर ऐसा हुंदा नहीं। जिन्हों अंदर का ज्ञान हो जाता है उन्होंने सारा कुछ ही पता लग जाता है। समाज में किवें वरतना है, किस मनुख नाल कैसी डीलिंग करनी है, ये उन्होंने सब ही ज्ञान हो जाता है। क्यों? ज्ञान का सोमा उहदे अंदर है। जिस दिन वो सोमा बाहर निकलता है उस दिन सारी चीज़ का ही ज्ञान हो जाता है। इस करके बाणी कहती है नाम नूं जपिया जाए। नाम जिमें जिमें जपिया जाएगा अंदर मनुख दियाँ तरंगां बदल जांदियां ने, अंदर ज्ञान प्रगट हो जाता है। जिस दिन ज्ञान प्रगट हो जाता है अनुभवी ज्ञान, उस दिन अज्ञानता का नाश हो जाता है। उस तो पहला नहीं, क्योंकि बड़े वड्डे वड्डे ज्ञानी बहुत वड्डियां वड्डियां अज्ञान दीयां गल्लां कर जाते हैं। बाणी तां ही कहती है बड़े पढ़े लिखे लोग धर्म के नाँ ते लोकां नूं मार देंदे ने। एक ग्रंथ का पूरा ज्ञान रखने वाले लोग, क्योंकि जैसी गीता श्री कृष्ण नूं फील हुंदी है ऐसी उन्होंने पढ़न वाले नूं थोड़ी ना हो रही है। नहीं, वो तो जे किते उहदी स्टेट ऑफ माइंड, उहदे मन की दशा किसी उस भावां में चली जाए जेड़े भाव तो निकले। जैसी मैं आवे खसम की बाणी, जैसी आ रही है किसी ओत भाव ते अपड़ जाए, फिर जाके सुख का अनुभव होंदा है। कल नूं आपां फिर ये भाव की ने, ज्यों ज्यों मनुख के अंदर भावना वधदी जाती है, परमात्मा के प्रति भाव वधदे जाते हैं, ये अंदर सुख का अनुभव ज्ञान का अनुभव वधदा रहिंदा है। इस करके रोज़ रोज़ ज्ञान भी वधदा है, रोज़ रोज़ अज्ञान भी वधदा है। रोज़ रोज़ पुण्य भी वधदे ने, रोज़ रोज़ पाप भी वधदे ने। इस करके मनुख एक कोशिश करे अपने पुण्यां नूं वधाए, अपने वध तो वध समा संगत करे, वध तो वध समा उन्हां पुरुषां दे कोल बैठिया जाए, उन्हां दी संगत कीती जाए जेड़े कोई रब दा नां लैंदे ने। क्यों? क्योंकि महाराज बहंदे कि सत्ती पैरी सत भला बहिया पढ़िया पास। उत्थे पाप पुन विचारिए कूड़ी कटै रास। उत्थे झूठ की जिहड़ी समगरी है वो घटदी है। वध तो वध समा जिंदगी का, क्योंकि बीज साडे हथ विच ने, बीजने असी ने। असी बोलों के द्वारा भी बीजते हाँ, अखां द्वारा भी बीजते हैं। तीन वैसे तीन तरीके मन्ने गए ने बीजण दे, मन बच क्रम। मन द्वारा, बचना द्वारा ते कर्मां द्वारा। कई बारी मनुख शरीर नाल माड़ा नहीं करता, मन में सोची बैठा है मतलब बीज लिया, बीज लिया। कई बारी मनुख शरीर करके माड़ा नहीं करता, बचना तो किसी को माड़ा बोल देंदा है, बीज लिया। बीज तो बीजिया गया, हुण तो वह रिजल्ट आना है, कदे भी आ सकता है।
क्योंकि जेड़ा बीज बीज लिया है रोज़ रोज़ उन्होंने वातावरण मिल रहा है, बीज वड्डा होएगा, एक दिन दरख्त बन जाएगा। जिस दिन पापां दे बीज दरख्त बन जाते हैं, साध संगत पुट्टने बड़े औखे होंदे ने। ये तो शुरू च ही पुट्टे जान तो ठीक है, फिर मनुख बंदला जाता है, चारे बन्ने घिर जाता है बीमारियां परेशानियां विच, उस दिन फिर कुछ नहीं होंदा। इस करके बीज बीजण तो पहला मन करके, बचना करके, मन बच कर्म ते अपने कर्मा करके, तिन्ना चीज़ां करके बीज बीजण तो पहला एक बारी सोचिया जाए, एक बारी समझिया जाए। ताई बाणी कहती है, कहते जे कदे भी जिंदगी दे विच, क्योंकि जिस दिन रामायण का अंत हो रहा सी, रावण मर रहा सी, श्री रामचंद्र